Dear students, today I am going to read a poem, True Growth, from your English reader book of 8th class. I hope you will also read and understand while listening to me. This poem is written by Ben Jonson. Although it is very small poem of 10 lines, but it gives a very big message to all of us. Now, I will start reading poem, True Growth. Let's start. ਟਰੂ ਗਰੋਥ ਦਾ ਅਰਥ ਹੈ ਅਸਲੀ ਵਾਧਾ। ਟਰੂ ਦਾ ਅਰਥ ਹੋਇਆ ਇਹਦੇ ਵਿੱਚ ਅਸਲੀ ਔਰ ਗਰੋਥ ਦਾ ਮਤਲਬ ਹੋਇਆ ਵਾਧਾ। ਸੋ ਟਰੂ ਗਰੋਥ ਦਾ ਅਰਥ ਕੀ ਹੋ ਗਿਆ ਬੱਚੋ? ਅਸਲੀ ਵਾਧਾ। Dear student, let's start first two lines and try to understand what it says. It is not growing like a tree, in bulk doth make man better be. ਇਹਨਾਂ ਸਤਰਾਂ ਦੇ ਵਿੱਚ ਬਲਕ ਦਾ ਅਰਥ ਹੋਇਆ ਆਕਾਰ ਜਾਂ ਬਹੁਤ ਵੱਡਾ। ਡੋਥ ਦਾ ਅਰਥ ਹੈ ਇਹਦੇ ਵਿੱਚ ਕਰਦਾ। ਕਵੀ ਇਹਨਾਂ ਸਤਰਾਂ ਵਿੱਚ ਕਹਿੰਦਾ ਹੈ ਕਿ ਅਸਲੀ ਵਾਧਾ ਦਰਖਤ ਵਾਂਗ ਵਧਣ ਵਾਂਗ ਨਹੀਂ ਹੁੰਦਾ। ਜੇਕਰ ਤੁਹਾਡਾ ਸਰੀਰ ਵੱਧ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਅਸਲੀ ਵਾਧਾ ਹੋ ਰਿਹਾ ਹੈ, ਜੋ ਤੁਹਾਡੀ ਤਰੱਕੀ ਹੋ ਰਹੀ ਹੈ। ਹੁਣ ਅਸੀਂ ਅਗਲੀਆਂ ਲਾਈਨਾਂ ਪੜ੍ਹਾਂਗੇ। ਔਰ ਸਟੈਂਡਿੰਗ ਲੌਂਗ ਐਜ਼ ਐਨ ਓਕ 300 years to fall a log at last dry bald and sere. ਕਵੀ ਕਹਿੰਦਾ ਹੈ ਕਿ ਮਨੁੱਖ ਨੂੰ ਬਲੂਤ ਦੇ ਰੁੱਖ ਵਾਂਗ ਨਹੀਂ ਵਧਣਾ ਚਾਹੀਦਾ। ਲੌਗ ਦਾ ਇਹਦੇ ਵਿੱਚ ਮਤਲਬ ਹੈ ਬੇਟਾ ਲੱਕੜ, ਡਰਾਈ ਦਾ ਮਤਲਬ ਹੁੰਦਾ ਸੁੱਕਾ, ਬਾਲਡ ਨੂੰ ਅਸੀਂ ਪੱਤਾਹੀਨ ਜਾਂ ਗੰਜਾ ਵੀ ਕਹਿੰਦੇ ਹਾਂ, ਅਤੇ ਸੇਅਰ ਦਾ ਮਤਲਬ ਇਹਦੇ ਵਿੱਚ ਨਿਰਜੀਵ ਜਾਂ ਖਤਮ, ਨਿਰਜੀਵ ਜਿਹਦੇ ਵਿੱਚ ਜਾਨ ਨਹੀਂ ਹੁੰਦੀ। ਸੋ ਬਲੂਤ ਦੇ ਰੁੱਖ ਦਾ ਜੀਵਨ ਬਹੁਤ ਬੱਚੋ ਲੰਬਾ ਹੁੰਦਾ ਹੈ। ਇਹ ਕਾਰ 'ਚ ਵੀ ਬਹੁਤ ਵੱਡਾ ਹੁੰਦਾ ਹੈ। ਇਹਦੀ ਜ਼ਿੰਦਗੀ ਲਗਭਗ 3 ਸਾਲ ਤੱਕ ਤਕਰੀਬਨ ਹੁੰਦੀ ਹੈ, ਪਰ ਇਸ ਦਾ ਜੀਵਨ ਬਿਲਕੁਲ ਹੀ ਵਿਅਰਥ ਹੁੰਦਾ ਹੈ। ਇਸ ਵਿੱਚ ਕੋਈ ਸੁੰਦਰਤਾ ਨਹੀਂ ਹੁੰਦੀ। ਓਕ ਦਾ ਜਿਹੜਾ ਰੁੱਖ ਹੈ ਇਹਨੂੰ ਪੰਜਾਬੀ 'ਚ ਅਸੀਂ ਬਲੂਤ ਕਹਿੰਦੇ ਹਾਂ। ਇਹਦਾ ਜੀਵਨ ਬਿਲਕੁਲ ਹੀ ਵਿਅਰਥ ਹੁੰਦਾ ਹੈ। ਇਹ 'ਚ ਸੁੰਦਰਤਾ ਨਹੀਂ ਹੁੰਦੀ। ਇਹ 300 ਸਾਲਾਂ ਤੱਕ ਇੱਦਾਂ ਹੀ ਖੜ੍ਹਾ ਰਹਿੰਦਾ ਹੈ ਅਤੇ ਅੰਤ ਵਿੱਚ ਇੱਕ ਸੁੱਕੇ ਲੱਕੜੀ ਦਾ ਲੱਠਾ ਬਣ ਕੇ ਡਿੱਗ ਜਾਂਦਾ ਹੈ। ਇਸ ਦੇ ਪੱਤੇ ਵੀ ਬਹੁਤ ਜ਼ਹਿਰੀਲੇ ਹੁੰਦੇ ਹਨ। ਇਸ ਰੁੱਖ ਨੂੰ ਕੋਈ ਫਲ ਵੀ ਨਹੀਂ ਲੱਗਦਾ ਅਤੇ ਇਹ ਰੁੱਖ 300 ਸਾਲ ਬਿਨਾਂ ਕਿਸੇ ਦੇ ਕੰਮ ਆਏ ਖੜ੍ਹਿਆ ਹੀ ਰਹਿੰਦਾ ਹੈ। ਪਿਆਰੇ ਬੱਚਿਓ, ਅਸਲ ਵਿੱਚ ਕਵੀ ਨੇ ਇਸ ਦਰੱਖਤ ਦੀ ਤੁਲਨਾ ਇਨਸਾਨ ਦੀ ਜ਼ਿੰਦਗੀ ਅਤੇ ਉਮਰ ਨਾਲ ਵੀ ਕੀਤੀ ਹੈ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿੰਨੇ ਸਾਲ ਤੱਕ ਜੀਓ। ਮਾਇਨੇ ਇਹ ਰੱਖਦਾ ਹੈ ਕਿ ਤੁਸੀਂ ਪੂਰੀ ਜ਼ਿੰਦਗੀ ਕੀ ਕੀਤਾ, ਕਿਸ ਦੇ ਕੰਮ ਆਏ ਅਤੇ ਦੂਸਰਿਆਂ ਲਈ ਕੀ ਕੀਤਾ। Now, let's start reading next lines. A lily of a day is fairer far in May. Although it fall and die that night, it was the plant and flower of light. ਹੁਣ ਇਹਨਾਂ ਸਤਰਾਂ ਵਿੱਚ fall ਦਾ ਅਰਥ ਹੈ ਡਿੱਗਣਾ, die ਦਾ ਮਤਲਬ ਕੀ ਹੈ? ਮਰ ਜਾਣਾ। ਕਵੀ ਕਹਿੰਦਾ ਹੈ ਕਿ ਮਨੁੱਖ ਨੂੰ ਬਲੂਤ ਦੇ ਰੁੱਖ ਵਾਂਗ ਨਹੀਂ ਬਲਕਿ ਲਿਲੀ ਦੇ ਫੁੱਲ ਵਾਂਗ ਜੀਵਨ ਬਤੀਤ ਕਰਨਾ ਚਾਹੀਦਾ ਹੈ। ਲਿਲੀ ਇੱਕ ਫੁੱਲ ਹੁੰਦਾ ਹੈ ਜੋ ਰੋਜ਼ ਸਵੇਰੇ ਖਿੜਦਾ ਹੈ ਅਤੇ ਰਾਤ ਨੂੰ ਖਤਮ ਹੋ ਜਾਂਦਾ ਹੈ। ਇਸ ਦੀ ਜ਼ਿੰਦਗੀ ਸਿਰਫ ਇੱਕ ਦਿਨ ਦੀ ਹੁੰਦੀ ਹੈ। ਇਹ ਮਈ ਦੇ ਮਹੀਨੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ। ਇਸ ਦਾ ਛੋਟਾ ਜਿਹਾ ਜੀਵਨ ਸੁੰਦਰਤਾ ਨਾਲ ਭਰਿਆ ਹੁੰਦਾ ਹੈ। ਇਹ ਫਲ ਆਪਣੇ ਛੋਟੇ ਜਿਹੇ ਜੀਵਨ ਵਿੱਚ ਵੀ ਕਈ ਲੋਕਾਂ ਨੂੰ ਖੁਸ਼ੀ ਦੇ ਜਾਂਦਾ ਹੈ ਅਤੇ ਪੂਰਨਤਾ ਪ੍ਰਾਪਤ ਕਰਦਾ ਹੈ। ਇਸ ਫੁੱਲ ਦੀ ਜ਼ਿੰਦਗੀ ਭਾਵੇਂ ਇੱਕ ਦਿਨ ਦੀ ਹੈ, ਇਹ ਇੱਕ ਦਿਨ ਦੇ ਵਿੱਚ ਹੀ ਪੂਰੇ ਵਿਸ਼ਵ ਨੂੰ ਖੁਸ਼ੀ ਦੇ ਜਾਂਦਾ ਹੈ ਅਤੇ ਲੋਕਾਂ ਦੇ ਦਿਲਾਂ ਵਿੱਚ ਪਿਆਰ ਭਰਦਾ ਹੈ। Now, let's start reading the last lines. In small proportions we just beauty see, and in short measures life may perfect be. ਇਹਨਾਂ ਲਾਈਨਾਂ ਦੇ ਵਿੱਚ proportions ਦਾ ਅਰਥ ਹੈ ਬੱਚੋ ਤੁਲਨਾਤਮਕ ਆਕਾਰ, ਬਿਊਟੀ ਦਾ ਮਤਲਬ ਹੈ ਸੁੰਦਰਤਾ, measures ਨੂੰ ਅਸੀਂ ਸੀਮਾ ਕਹਿੰਦੇ ਹਾਂ ਅਤੇ ਪਰਫੈਕਟ ਇਹਦੇ ਵਿੱਚ ਪੂਰਨਤਾ ਹੈ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹਨਾਂ ਸਾਰਿਆਂ ਦੇ ਮਤਲਬ ਸਮਝ ਆ ਜਾਣਗੇ ਬਹੁਤ ਈਜ਼ੀ ਵੇ ਨਾਲ, ਔਰ ਮੈਂ ਤੁਹਾਨੂੰ ਬਾਅਦ ਵਿੱਚ ਇਹਨਾਂ ਨੂੰ ਲਿਖਾਵਾਂਗੀ ਵੀ। ਕਵੀ ਕਹਿੰਦਾ ਹੈ ਕਿ ਖੁਸ਼ਹਾਲ ਜ਼ਿੰਦਗੀ ਲਈ ਬਹੁਤ ਵੱਡੀਆਂ ਉਮਰਾਂ ਦੀ ਲੋੜ ਨਹੀਂ ਹੈ। ਮਨੁੱਖ ਦਾ ਉਦੇਸ਼ ਪੂਰਨਤਾ ਪ੍ਰਾਪਤ ਕਰਨਾ ਹੋਣਾ ਚਾਹੀਦਾ ਹੈ, ਜੋ ਕਿ ਅਸੀਂ ਛੋਟੇ ਛੋਟੇ ਪਲਾਂ ਤੋਂ ਵੀ ਪ੍ਰਾਪਤ ਕਰ ਸਕਦੇ ਹਾਂ ਅਤੇ ਨਿੱਕੇ ਨਿੱਕੇ ਪਲਾਂ ਨੂੰ ਵੀ ਬਿਹਤਰ ਬਣਾ ਸਕਦੇ ਹਾਂ। ਕਵੀ ਕਹਿੰਦਾ ਹੈ ਕਿ ਹਰੇਕ ਪਲ ਸਾਡੇ ਲਈ ਕੀਮਤੀ ਹੈ, ਕਿਉਂਕਿ ਇੱਕ ਪਲ ਹੀ ਸਾਡੀ ਜ਼ਿੰਦਗੀ ਬਦਲ ਸਕਦਾ ਹੈ ਜੇਕਰ ਅਸੀਂ ਉਸ ਪਲ ਨੂੰ ਸਹੀ ਤਰ੍ਹਾਂ ਸਮਝੀਏ ਅਤੇ ਉਸ ਪਲ ਨੂੰ ਚੰਗੇ ਪਾਸੇ ਲਾਈਏ। ਇਹ ਛੋਟੇ ਛੋਟੇ ਪਲ ਹੀ ਸਾਡੀ ਜ਼ਿੰਦਗੀ ਨੂੰ ਪਰਫੈਕਟ ਬਣਾ ਸਕਦੇ ਹਨ, ਜਿਹੋ ਜਿਹੀ ਜ਼ਿੰਦਗੀ ਕਵੀ ਇਸ ਕਵਿਤਾ ਵਿੱਚ ਕਹਿੰਦਾ ਹੈ। ਪਿਆਰੇ ਬੱਚਿਓ, ਇਸ ਤਰ੍ਹਾਂ ਮਨੁੱਖ ਦਾ ਉਦੇਸ਼
ਪੂਰਨਤਾ ਪ੍ਰਾਪਤ ਕਰਨਾ ਹੋਣਾ ਚਾਹੀਦਾ ਹੈ। ਉਸਨੂੰ ਬਲੂਤ ਦੇ ਰੁੱਖ ਵਾਂਗ ਲੰਬਾ ਜੀਵਨ ਨਹੀਂ ਬਤੀਤ ਕਰਨਾ ਚਾਹੀਦਾ, ਉਸਨੂੰ ਲਿਲੀ ਦੇ ਫੁੱਲ ਵਾਂਗ ਛੋਟੇ ਜੀਵਨ ਨੂੰ ਚੁਣਨਾ ਚਾਹੀਦਾ ਹੈ ਅਤੇ ਪੂਰਨਤਾ ਪ੍ਰਾਪਤ ਕਰਨੀ ਚਾਹੀਦੀ ਹੈ। ਡੀਅਰ ਸਟੂਡੈਂਟਸ, ਇਹ ਸੀ ਸਾਡੀ ਕਵਿਤਾ ਟਰੂ ਗਰੋਥ। ਇਸ ਕਵਿਤਾ ਵਿੱਚ ਬੈਨ ਜੌਨਸਨ ਨੇ ਬਹੁਤ ਹੀ ਡੂੰਘਾ ਸੰਦੇਸ਼ ਦਿੱਤਾ ਹੈ। ਆਈ ਹੋਪ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਸਮਝ ਆ ਗਈ ਹੋਵੇਗੀ। ਧੰਨਵਾਦ। ਹੁਣ ਅਸੀਂ ਇਹਦੀ ਐਕਸਰਸਾਈਜ਼ ਕਰਾਂਗੇ। ਪਿਆਰੇ ਬੱਚਿਓ, ਇਸ ਕਵਿਤਾ ਦਾ ਸੈਂਟਰਲ ਆਈਡੀਆ ਮੈਂ ਤੁਹਾਨੂੰ ਸਮਝਾਉਣ ਲੱਗੀ ਹਾਂ। ਟਰੂ ਗਰੋਥ ਬਾਈ ਬੈਨ ਜੌਨਸਨ। This is very beautiful poem by Ben Jonson. It gives a very good message. One does not require long life for perfection. Even a short life may be perfect. Long life is not perfect if it is not even full. On the other hand, short life is perfect if it is filled with beauty. ਇਸ ਦਾ ਕੀ ਅਰਥ ਹੋਇਆ? ਇਸ ਦਾ ਅਰਥ ਹੈ ਬੱਚਿਓ, ਮਨੁੱਖ ਨੂੰ ਪੂਰਨਤਾ ਪਾਉਣ ਲਈ ਲੰਬੇ ਜੀਵਨ ਦੀ ਲੋੜ ਨਹੀਂ ਹੁੰਦੀ। ਛੋਟਾ ਜੀਵਨ ਵੀ ਪੂਰਨ ਹੋ ਸਕਦਾ ਹੈ। ਲੰਬਾ ਜੀਵਨ ਜੇਕਰ ਕਿਸੇ ਮਹੱਤਵਪੂਰਨ ਘਟਨਾ ਤੋਂ ਰਹਿਤ ਹੋਵੇ ਤਾਂ ਇਹ ਪੂਰਨ ਨਹੀਂ ਹੋ ਸਕਦਾ। ਇਸ ਦੇ ਉਲਟ ਜੇਕਰ ਛੋਟਾ ਜੀਵਨ ਸੁੰਦਰਤਾ ਨਾਲ ਭਰਿਆ ਹੋਇਆ ਹੈ ਤਾਂ ਇਹ ਪੂਰਨ ਹੁੰਦਾ ਹੈ। ਇਹ ਬਹੁਤ ਹੀ ਸੁੰਦਰ ਕਵਿਤਾ ਹੈ ਜੋ ਬੈਨ ਜੌਨਸਨ ਦੁਆਰਾ ਲਿਖੀ ਗਈ ਹੈ ਅਤੇ ਸਾਨੂੰ ਬਹੁਤ ਹੀ ਵਧੀਆ ਸੰਦੇਸ਼ ਦਿੰਦੀ ਹੈ। ਹੁਣ ਅਸੀਂ ਕੁਝ ਵਰਡ ਮੀਨਿੰਗਸ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ 'ਚ ਸ਼ਬਦ ਅਰਥ ਕਹਿੰਦੇ ਹਨ। ਪਹਿਲਾ ਕੀ ਹੈ ਬੱਚੋ? ਐਟ ਲਾਸਟ, ਅੰਤ ਵਿੱਚ। ਗਰੋ, ਉੱਗਣਾ। ਬਲਕ, ਆਕਾਰ। ਬਾਲਡ, ਪੱਤਾਹੀਨ। ਇਸ ਪੋਇਮ ਦੇ ਅਕੋਰਡਿੰਗ ਇਹਦਾ ਅਰਥ ਹੋਏਗਾ ਪੱਤਾਹੀਨ। ਸੇਅਰ, ਸੁੱਕਾ ਜਾਂ ਨਿਰਜੀਵ। ਪ੍ਰਪੋਰਸ਼ਨ, ਤੁਲਨਾਤਮਕ ਆਕਾਰ। ਮੈਜਰ, ਸੀਮਾ। ਰਾਈਮਿੰਗ ਵਰਡਸ ਕਿਹੜੇ ਨੇ ਇਸ ਪੋਇਮ ਵਿੱਚ? ਟਰੀ ਦਾ ਕੀ ਬਣੇਗਾ? ਨੈਕਸਟ ਲਾਈਨ 'ਚ ਹੀ ਦੇਖੋ ਤੁਸੀਂ, ਉਹਦੇ ਕੀ ਹੁੰਦਾ ਹੈ? ਬੀ। ਤੁਹਾਡੇ ਕੋਲ ਬੁੱਕ ਹੋਏਗੀ, ਬੁੱਕ 'ਚੋਂ ਤੁਸੀਂ ਦੇਖ ਸਕਦੇ ਹੋ। ਈਅਰਸ, ਸੇਅਰ। ਡੇ, ਮੇ। ਨਾਈਟ, ਲਾਈਟ। ਸੀ, ਬੀ। ਹੁਣ ਅਸੀਂ ਇਹਦੀ ਬੈਕ ਐਕਸਰਸਾਈਜ਼ ਵਿੱਚ ਟਰੂ ਫਾਲਸ ਦਿੱਤੇ ਹੋਏ ਨੇ, ਉਹ ਮੈਂ ਤੁਹਾਨੂੰ ਸਮਝਾਵਾਂਗੀ। ਟੂ ਬੀ ਪਰਫੈਕਟ ਵਨ ਮਸਟ ਹੈਵ ਅ ਲੌਂਗ ਲਾਈਫ। ਕੀ ਸਾਨੂੰ ਪਰਫੈਕਟ ਹੋਣ ਲਈ ਵੱਡੀ ਜ਼ਿੰਦਗੀ ਜਾਂ ਲੰਬੀ ਜ਼ਿੰਦਗੀ ਦੀ ਲੋੜ ਹੈ? ਨਹੀਂ, ਫਾਲਸ। ਐਨ ਓਕ ਟਰੀ ਲਿਵਸ ਫॉर 300 years। ਜਿਹੜਾ ਬਲੂਤ ਦਾ ਰੁੱਖ ਹੈ ਉਹਨੂੰ 300 ਸਾਲ ਚਾਹੀਦੇ ਹੁੰਦੇ ਹਨ ਜ਼ਿੰਦਗੀ ਲਈ। ਆਈ ਮੀਨ ਟੂ ਸੇ ਕਿ ਉਹ 300 ਸਾਲ ਤੱਕ ਜ਼ਿੰਦਾ ਰਹਿੰਦਾ ਹੈ। ਹਾਂਜੀ, ਸਹੀ ਹੈ, ਟਰੂ। ਮੇਅਰ ਲੌਂਗ ਲਾਈਫ ਡਜ਼ ਨੋਟ ਮੇਕ ਅ ਮੈਨ ਗ੍ਰੇਟ। ਸਿਰਫ ਲੰਬੀ ਜ਼ਿੰਦਗੀ ਹੀ ਇਨਸਾਨ ਨੂੰ ਗ੍ਰੇਟ ਨਹੀਂ ਬਣਾਉਂਦੀ। ਬਿਲਕੁਲ ਠੀਕ, ਟਰੂ। ਰੀਅਲ ਬਿਊਟੀ ਕਾਂਟ ਬੀ ਸੀਨ ਇਨ ਸਮਾਲ ਸਾਈਜ਼ਡ ਆਬਜੈਕਟਸ। ਛੋਟੀਆਂ ਚੀਜ਼ਾਂ ਵਿੱਚ ਰੀਅਲ ਅਸਲੀ ਸੁੰਦਰਤਾ ਨਹੀਂ ਦਿਖਦੀ। ਗਲਤ ਹੈ। ਉਹਦੀ ਛੋਟੀਆਂ ਚੀਜ਼ਾਂ ਵਿੱਚ ਵੀ ਸੁੰਦਰਤਾ ਹੁੰਦੀ ਹੈ, ਦਿਖ ਸਕਦੀ ਹੈ। ਇਟ ਇਜ਼ ਦ ਕੁਆਲਿਟੀ ਆਫ ਲਾਈਫ ਦੈਟ ਮੈਟਰਸ, ਨਾਟ ਦ ਲੈਂਥ ਆਫ ਲਾਈਫ। ਜ਼ਿੰਦਗੀ ਦੀ ਕੁਆਲਿਟੀ ਮੈਟਰ ਕਰਦੀ ਹੈ, ਨਾ ਕਿ ਉਹਦੀ ਲੰਬਾਈ। ਬਿਲਕੁਲ ਠੀਕ ਹੈ ਬੇਟਾ। ਜ਼ਰੂਰੀ ਨਹੀਂ ਕਿ ਲੰਬੀ ਜ਼ਿੰਦਗੀ ਦੀ ਹੀ ਜੋ ਕੁਆਲਿਟੀ ਹੈ ਉਹ ਹੀ ਵਧੀਆ ਹੋਏਗੀ। ਛੋਟੀ ਜ਼ਿੰਦਗੀ ਵਿੱਚ ਵੀ ਕੁਆਲਿਟੀ, ਜਿਵੇਂ ਕਿ ਲਿਲੀ ਦਾ ਫੁੱਲ ਹੈ, ਉਹਦੀ ਛੋਟੀ ਜਿਹੀ ਜ਼ਿੰਦਗੀ ਵਿੱਚ ਵੀ ਬਹੁਤ ਜ਼ਿਆਦਾ ਕੁਆਲਿਟੀ ਨਾਲ ਭਰੀ ਹੋਈ ਸੀ। ਹੁਣ ਜਿਹੜੇ ਇਸ ਲੈਸਨ ਦੇ ਸਟੈਂਜਾ ਹੈਗੇ ਹੈ, ਸਟੈਂਜਾ ਕੀ ਹੁੰਦੇ ਨੇ? ਚਾਰ ਜਾਂ 6 ਲਾਈਨਾਂ ਦੇ ਜਿਹੜਾ ਸਮੂਹ ਹੁੰਦਾ ਹੈ ਉਹਦੇ ਵਿੱਚੋਂ ਕੁਐਸਚਨ ਆਨਸਰ ਪੁੱਛੇ ਜਾਂਦੇ ਨੇ। ਪਹਿਲਾ ਕੁਐਸਚਨ ਤਾਂ ਜਿਹੜਾ ਆਉਂਦਾ ਉਹ ਸੇਮ ਹੀ ਹੁੰਦਾ, ਨੇਮ ਦ ਪੋਇਮ ਐਂਡ ਇਟਸ ਪੋਇਟ। ਹੁਣ ਜਦੋਂ ਤੁਸੀਂ ਇਹ ਕਵਿਤਾ ਪੜ੍ਹ ਲਈ ਹੈ ਤਾਂ ਤੁਹਾਨੂੰ ਇਹਦਾ ਨਾਮ ਵੀ ਪਤਾ ਲੱਗ ਚੁੱਕਾ ਹੋਏਗਾ ਅਤੇ ਇਹਦੇ ਪੋਇਟ ਬਾਰੇ ਵੀ ਪਤਾ ਹੋਏਗਾ। ਇਹ 2 ਨੰਬਰ ਦਾ ਕੁਐਸਚਨ ਆਉਂਦਾ ਹੈ, ਇਹਦੇ ਵਿੱਚ ਤੁਸੀਂ ਈਜ਼ੀਲੀ ਸਕੋਰ ਕਰ ਸਕਦੇ ਹੋ। ਨੇਮ ਦ ਪੋਇਮ ਐਂਡ ਪੋਇਟ, ਆ ਦੇਖੋ ਤੀਸਰੇ ਨੰਬਰ 'ਤੇ ਕੁਐਸਚਨ ਲਿਖਿਆ ਹੋਇਆ, ਇਹ ਆਉਂਦਾ ਹੀ ਆਉਂਦਾ ਹੈ। ਨੇਮ ਦ ਪੋਇਮ ਐਂਡ ਦ ਪੋਇਟ। ਦ ਨੇਮ ਆਫ ਦ ਪੋਇਮ ਇਜ਼ ਟਰੂ ਗਰੋਥ ਐਂਡ ਦ ਪੋਇਟ ਨੇਮ ਇਜ਼ ਬੈਨ ਜੌਨਸਨ। What is it that does not make man better? ਕਿਹੜੀ ਚੀਜ਼ ਹੈ ਜੋ ਇਨਸਾਨ ਨੂੰ ਬੈਟਰ ਨਹੀਂ ਬਣਾਉਂਦੀ, ਚੰਗਾ ਨਹੀਂ ਬਣਾਉਂਦੀ? ਦੱਸੋ ਬੇਟਾ। ਗਰੋਇੰਗ ਲਾਈਕ ਅ ਟਰੀ ਇਨ ਸਾਈਜ਼ ਡਸ ਨਾਟ ਮੇਕ ਮੈਨ ਬੈਟਰ। ਰੁੱਖ ਦੇ ਵਾਂਗ ਆਕਾਰ ਵਿੱਚ ਵੱਡਾ ਹੋਣ ਨਾਲ ਮਨੁੱਖ ਚੰਗਾ ਨਹੀਂ ਬਣਦਾ। ਵਾਟ ਡਜ਼ ਦ ਪੋਇਟ ਸੇ ਅਬਾਊਟ ਐਨ ਓਕ ਟਰੀ। ਜਿਹੜਾ ਕਵੀ ਹੈ ਉਹ ਕੀ ਕਹਿੰਦਾ ਹੈ ਬਲੂਤ ਦੇ ਰੁੱਖ ਬਾਰੇ? ਕੀ ਉਹਦੇ ਕੀ ਵਿਚਾਰ ਹਨ, ਉਹ ਕੀ ਕਹਿੰਦਾ ਹੈ? An oak tree lives for 300 years. In the end, it falls down as a dry log of wood. ਜਿਹੜਾ ਬਲੂਤ ਦਾ ਰੁੱਖ ਹੈ ਉਹ 300 ਸਾਲ ਤੱਕ ਜਿਉਂਦਾ ਰਹਿੰਦਾ ਹੈ ਅਤੇ ਅੰਤ ਵਿੱਚ ਇਹ ਸੁੱਕੀ ਲੱਕੜੀ ਦਾ ਲੱਠਾ ਬਣ ਕੇ ਡਿੱਗ ਜਾਂਦਾ ਹੈ। ਸੈਕਿੰਡ ਸਟੈਂਜਾ ਜਿਹੜਾ ਇਹਦਾ ਪੋਇਮ ਦਾ ਹੈ, A lily of a day is fairer far in May.
although it fall and die that night, it was the plant and flower of light. पहला क्वेश्चन सेम होएगा, name the poem and its poet. The name of the poem is True Growth and its poet is Ben Jonson. What does the poet say about Lily? The poet says that Lily lives only for a day, but it lends beauty to the world and achieves perfection. कवि की कहता है लिली बारे कि लिली ਦਾ ਫੁੱਲ ਸਿਰਫ ਇੱਕ ਦਿਨ ਜਿਉਂਦਾ ਹੈ ਪਰ ਇਹ ਸੰਸਾਰ ਨੂੰ ਸੁੰਦਰਤਾ ਦਿੰਦਾ ਹੈ ਤੇ ਪੂਰਨਤਾ ਪ੍ਰਾਪਤ ਕਰਦਾ ਹੈ। ਹੁਣ ਆਖਰੀ ਕੁਐਸਚਨ ਹੈ, when is short life perfect? ਜਿਹੜਾ ਛੋਟਾ ਜੀਵਨ ਹੈ ਉਹ ਕਦੋਂ ਪੂਰਨ ਹੁੰਦਾ ਹੈ? Short life is perfect only when it is filled with beauty. ਛੋਟਾ ਜੀਵਨ ਤਦ ਹੀ ਪੂਰਨ ਹੁੰਦਾ ਹੈ ਜਦੋਂ ਇਹ ਸੁੰਦਰਤਾ ਨਾਲ ਭਰਿਆ ਹੋਵੇ। ਬੱਚਿਓ, ਇੰਨਾ ਕੁ ਹੀ ਤੁਸੀਂ ਪੜ੍ਹਨਾ ਹੈ ਇਸ ਪੋਇਮ ਬਾਰੇ। ਸੈਂਟਰਲ ਆਈਡੀਆ, ਮੀਨਿੰਗਸ ਹੋ ਗਏ, ਇਹਦੇ ਰਾਈਮਿੰਗ ਵਰਡਸ ਹੋ ਗਏ ਅਤੇ ਸਟੈਂਜਾ। ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਅਤੇ ਇਹਨੂੰ ਵੀਡੀਓ ਨੂੰ ਬਾਰ-ਬਾਰ ਸੁਣਨਾ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਏ। ਧੰਨਵਾਦ।